तो अजकल तो बहुत ही सौखा है जे तुसी किसी फार्मर ने कैनेडा के ज़मीन खरीदनी हो तो बाद इमिग्रेशन लैनी। सुन के हैरान होंगे कई प्रोविंसेस ने तो इत्थों तक जिहड़ी इंग्लिश की रिक्वायरमेंट है वो भी चुकी हुई है, बहुत फ्लैक्सीबल की हुई है एग्रीकल्चर स्ट्रीम दे विच। देखो जिवें तुसी किसी नूं एज अ वर्कर मंगाउणा है या सुपरवाइजर तक मंगाउणा है, जिहड़ा कैनेडा च इंप्लॉयर है सिर्फ एक एग्रीकल्चर स्ट्रीम है जिस सरकार ने एग्जैम्पशन दी हुई है, लोड़ नहीं हैगी अपनी लैंग्वेज चूज कर सकते हो। ਤੁਸੀਂ ਪੰਜਾਬੀ ਸਪੀਕਿੰਗ ਵਰਕਰ, ਤੁਸੀਂ ਕੋਈ ਵੀ ਲੈਂਗੁਏਜ ਵਾਲਾ ਸਪੀਕਿੰਗ ਵਰਕਰ ਚਾਹੁੰਦੇ ਹੋ, ਸੌਖਾ ਕਹਿ ਲਈਏ ਤੇ ਬਿਨਾ ਆਇਲਸ ਤੋਂ ਵੀ ਆ ਸਕਦੇ ਹੋ। ਬਿਲਕੁਲ ਬਿਨਾ ਆਇਲਟਸ ਤੋਂ ਤੁਸੀਂ ਬਹੁਤ ਸੌਖਾ ਆ ਸਕਦੇ ਹੋ। ਜੇ ਤੁਸੀਂ ਫਾਰਮਿੰਗ ਕਰਦੇ ਹੋ, ਚਾਹੇ ਤੁਸੀਂ ਕੈਨੇਡਾ ਆਏ ਹੋ ਚਾਹੇ ਕੈਨੇਡਾ ਤੋਂ ਬਾਹਰ ਹੋ, ਤੇ ਤੁਸੀਂ ਇਹਦੇ 'ਚ ਸੇਫ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਆਪਣੇ ਨਾਮ ਤੇ ਜ਼ਮੀਨ ਖਰੀਦਣਾ ਚਾਹੁੰਦੇ ਹੋ, ਫਿਰ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਹੋ, ਤਾਂ ਉਹ ਪੈਥਵੇ ਦੀ ਜਾਣਕਾਰੀ ਤੁਸੀਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਮਿਨਿਸਟਰ ਨੇ ਆਲਰੇਡੀ ਅਨਾਉਂਸ ਕਰਤਾ ਲਾਸਟ ਵੀਕ, ਹੁਣ ਤਾਂ ਬਹੁਤ ਹੀ ਵਧੀਆ ਅਨਾਉਂਸਮੈਂਟ ਕੀਤੀ ਹੈ ਸਰਕਾਰ ਨੇ ਐਗਰੀਕਲਚਰ ਨੂੰ ਦੇਖਦੇ ਹੋਏ। तो पंजाब एक ਇਹੋ ਜਿਹਾ ਮੇਜਰ ਸੂਬਾ ਜਿੱਥੇ ਫਾਰਮਰਸ ਇੱਕ ਮੇਜਰ ਕਿੱਤਾ ਹੈਗਾ, ਤਾਂ ਉੱਥੇ ਸਭ ਤੋਂ ਬੜੀ ਐਡਵਾਂਟੇਜ ਜਿਹੜੀ ਇੰਡੀਆ ਕੋਲ ਹੈ ਅੱਜ ਦੀ ਰੇਟ ਦੇ ਵਿੱਚ, ਜਿਹੜੀ ਆਪਣੀ ਫਾਰਮਰ ਕਮਿਊਨਿਟੀ ਹੈ ਪੰਜਾਬ ਦੇ ਵਿੱਚ, ਉਹ ਅੱਜ ਕੱਲ੍ਹ ਪੜ੍ਹੀ ਲਿਖੀ ਹੈ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੋਂ ਤੇ CWS ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਹੁਣ ਇੱਕ ਵਾਰੀ ਫਿਰ ਸਾਡੇ ਨਾਲ ਨੇ, ਤੇ ਅੱਜ ਖੇਤੀਬਾੜੀ ਦੇ ਨਾਲ ਸੰਬੰਧਿਤ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਫਾਰਮਿੰਗ ਵੀਜ਼ਾਸ ਅੱਜ ਕੱਲ੍ਹ ਬਹੁਤ ਲੱਗ ਰਹੇ ਨੇ, ਬੜੇ ਤਰੀਕੇ ਦੇ ਸਵਾਲ ਵੀ ਨੇ। ਪ੍ਰਵਾਸ ਸਮੇਤ ਕੀ ਆਇਆ ਜਾ ਸਕਦਾ, ਜੇ ਇਕੱਲੇ ਆਇਆ ਜਾ ਸਕਦਾ ਤੇ ਕਿੰਨੇ ਸਮੇਂ ਦੇ ਵਿੱਚ ਆਇਆ ਜਾ ਸਕਦਾ, ਉਹਦੀਆਂ ਕੀ ਕੰਡੀਸ਼ਨਸ ਨੇ, ਯੋਗਤਾਵਾਂ ਨੇ ਕੀ ਨੇ। ਪਰ ਵੀਜ਼ਾ ਲੈ ਕੇ ਆਉਣਾ ਇੱਕ ਅਲੱਗ ਗੱਲ, ਜੇਕਰ ਤੁਸੀਂ ਜ਼ਮੀਨ ਖਰੀਦ ਕੇ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਹੋ, ਨਾਲ ਟੱਬਰ ਸਮੇਤ ਪੱਕਿਆਂ ਹੋਣਾ ਚਾਹੁੰਦੇ ਹੋ, ਉਹਦੇ ਲਈ ਅੱਜ ਕਿੱਦਾਂ ਦੀਆਂ ਆਪਸ਼ਨਸ ਨੇ, ਕਿਹੜੇ ਕੈਨੇਡਾ ਦੇ ਸੂਬੇ ਉਸ ਚੀਜ਼ ਨੂੰ ਪ੍ਰਮੋਟ ਕਰਦੇ ਪਏ ਨੇ, ਕਿੱਥੇ ਕੈਨੇਡਾ 'ਚ ਜ਼ਮੀਨ ਅੱਜ ਸਸਤੀ ਮਿਲਦੀ ਪਈ ਹੈ, ਕਿੱਥੇ ਜ਼ਮੀਨ ਉਪਜਾਊ ਹੈ, ਖੇਤੀਬਾੜੀ ਕਰਨੀ ਥੋੜ੍ਹੀ ਕਿੱਥੇ ਸੁਖਾਲੀ ਹੈ ਤੇ ਕਿੱਥੇ ਔਖੀ ਹੈ, ਕੈਨੇਡਾ ਦਾ ਮੌਸਮ ਦੇ ਅਨੁਕੂਲ ਕਿਹੜੀਆਂ ਫਸਲਾਂ ਅਸੀਂ ਕਰ ਸਕਦੇ ਹਾਂ। ਥੋੜ੍ਹਾ ਜਿਹਾ ਇਸ ਸੰਬੰਧੀ ਅੱਜ ਦੇ ਪ੍ਰੋਗਰਾਮ 'ਚ ਖਹਿਰਾ ਸਾਹਿਬ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਖਹਿਰਾ ਸਾਹਿਬ, ਬਹੁਤ ਸਵਾਗਤ ਤੁਹਾਡਾ ਜੀ। ਥੈਂਕ ਯੂ ਬਾਈ ਜੀ। ਬਾਈ ਜੀ, ਪਹਿਲਾਂ ਤੇ ਅਸੀਂ ਜ਼ਮੀਨ ਖਰੀਦਣ ਵਾਲੇ ਪਾਸੇ ਬਾਅਦ 'ਚ ਆਉਂਦੇ ਹਾਂ। ਪਹਿਲਾਂ ਜਿਹੜੇ ਫਾਰਮਿੰਗ ਵੀਜ਼ਾਸ ਨੇ ਜੀ, ਉਹ ਕਾਫੀ ਪਿਛਲੇ ਜੇ ਵੱਡੀ ਗਿਣਤੀ ਦੇ ਵਿੱਚ ਲੱਗ ਵੀ ਰਹੇ ਨੇ, ਨੋ ਡਾਊਟ। ਤੇ ਇਹਨਾਂ ਇਹ ਖੇਤੀਬਾੜੀ ਨੂੰ ਕਿਉਂ ਪ੍ਰਮੋਟ ਕਰ ਰਿਹਾ ਕੈਨੇਡਾ, ਕਿਉਂ ਫਾਰਮਿੰਗ ਵੀਜ਼ੇ ਇੰਨੇ ਜ਼ਿਆਦਾ ਲੱਗ ਰਹੇ ਨੇ ਜੀ? ਕੈਨੇਡਾ ਕੋਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫੂਡ ਸ਼ਾਰਟੇਜ ਆ, ਉਹ ਹਰੇਕ ਕੰਟਰੀ ਚਾਹੁੰਦੀ ਹੈ ਵੀ ਅਸੀਂ ਆਪਣੇ ਆਪ ਨੂੰ ਸਸਟੇਨੇਬਲ ਇੱਕ ਇਨਵਾਇਰਮੈਂਟ ਦਈਏ, ਵੀ ਸਾਨੂੰ ਬਾਹਰੋਂ ਇੰਪੋਰਟਸ ਨਾ ਕਰਨੇ ਪੈਣ। ਕੈਨੇਡਾ 'ਚ ਵੀ ਲੈਂਡ ਜਿਹੜੀ ਹੈਗੀ ਉਹ ਅਬੰਡੈਂਸ 'ਚ ਹੈ, ਈਵਨ ਦੋ ਜਿਹੜੀ ਪੋਪੂਲੇਸ਼ਨ ਬਿਲਕੁਲ ਘੱਟ ਹੈ, ਪਰ ਲੈਂਡ ਅਬੰਡੈਂਸ ਹੋਣ ਕਰਕੇ ਜਿਹੜੀ ਨੈਕਸਟ ਜਨਰੇਸ਼ਨ ਹੈ ਜਿਹੜੀ ਫਾਰਮਰਸ ਨੂੰ ਅਡਾਪਟ ਨਹੀਂ ਕਰ ਰਹੀ। ਸੋ ਉਹ ਚਾਹੇ ਕੋਈ ਵੀ ਪ੍ਰੋਵਿੰਸ ਹੈ, ਉੱਥੇ ਆਪਣੇ ਤਰ੍ਹਾਂ ਦੀਆਂ ਦਿੱਕਤਾਂ ਨੇ, ਜਿੱਥੇ ਅਗਲੀ ਪੋਪੂਲੇਸ਼ਨ ਜਾਂ ਅਗਲੀ ਜਨਰੇਸ਼ਨ ਜਿਹੜੀ ਹੈਗੀ ਆ ਉਹ ਕਿਸੇ ਹੋਰ ਕਿਤੇ 'ਚ ਜਾਣਾ ਚਾਹੁੰਦੀ ਹੈ, ਫਾਰਮਿੰਗ 'ਚ ਨਹੀਂ ਜਾਣਾ ਚਾਹੁੰਦੇ। ਸੋ ਉਹਦੇ ਕਰਕੇ ਜਿਹੜੀ ਉਸ ਚੀਜ਼ ਨੂੰ ਰਿਪਲੈਨਿਸ਼ ਕਰਨ ਲਈ ਜਿਹੜੇ ਫਾਰਮਰਸ ਲਈ ਸਰਕਾਰ ਪ੍ਰੋਗਰਾਮ ਚਲਾਉਂਦੀ ਹੈ। ਨਾ ਇਹ ਜਿਹੜੇ ਪ੍ਰੋਗਰਾਮ ਨੇ ਚਲਾਏ ਜਾਂਦੇ ਨੇ ਦੋ ਤਰੀਕੇ ਨਾਲ ਨੇ। ਇੱਕ ਤਾਂ ਜਿਹੜੀ ਸਿੱਧੇ ਤੌਰ 'ਤੇ ਇੰਪਲੋਇਮੈਂਟ ਬੇਸਡ ਕਿਸੇ ਨੂੰ ਸਪੋਂਸਰਸ਼ਿਪ ਦਿੱਤੀ ਜਾਂਦੀ ਹੈ। ਜੇ ਕੋਈ ਕੈਨੇਡਾ 'ਚ ਫਾਰਮ ਆਲਰੇਡੀ ਕਰ ਰਿਹਾ ਹੈ, ਉਹਨਾਂ ਨੂੰ ਵਰਕਰਸ ਨੂੰ ਲੱਭਣ ਲਈ ਦਿੱਕਤ ਆ ਰਹੀ ਹੈ, ਕਿਉਂਕਿ ਇਹਦੇ 'ਚ ਜਿਹੜੀ ਇਹ ਆਕੂਪੇਸ਼ਨ ਹੈ, ਖਾਸ ਕਰਕੇ ਫਾਰਮਿੰਗ ਹੋ ਗਿਆ, ਇਹ ਆਊਟਡੋਰ ਐਕਟੀਵਿਟੀ ਹੈ। ਸਾਰਾ ਫਾਰਮਿੰਗ ਜਿਹੜੀ ਹੈ ਆਊਟਡੋਰ ਐਕਟੀਵਿਟੀ ਹੈ, ਜਾਂ ਇਹਦੇ 'ਚ ਜਿਹੜੀ ਐਗਰੀਕਲਚਰ ਸਟਰੀਮ ਹੈ, ਜਿਵੇਂ ਆਪਾਂ ਮਸ਼ਰੂਮਸ ਦੀ ਗੱਲ ਕਰ ਲਈਏ ਜਾਂ ਆਪਾਂ ਜਿਹੜੇ ਗ੍ਰੀਨ ਹਾਊਸਿਸ ਦੀ ਗੱਲ ਕਰ ਰਹੀਏ, ਉਹ ਇੰਡੋਰ ਹੈਗਾ। ਪਰ ਉਹ ਜਿਹੜਾ ਇਨਵਾਇਰਮੈਂਟ ਉਹ ਡਿਫੀਕਲਟ ਇਨਵਾਇਰਮੈਂਟ ਹੈ, ਉੱਥੇ ਆਮ ਕੈਨੇਡੀਅਨ ਕੰਮ ਨਹੀਂ ਕਰਨਾ ਚਾਹੁੰਦਾ। ਔਰ ਦੂਸਰਾ, ਕਿਉਂਕਿ ਜਿਹੜੀ ਐਗਰੀਕਲਚਰ ਇੰਡਸਟਰੀ ਹੈ ਇਹ ਵੀ ਇੱਕ ਕੰਪੈਟੀਟਿਵ ਇੰਡਸਟਰੀ ਹੈ। ਸਭ ਤੋਂ ਬੜੇ ਜਿਹੜੇ ਪ੍ਰੋਡਿਊਸਰਸ ਨੇ ਉਹ ਤੁਹਾਡੇ ਗਵਾਂਢੀ ਨੇ, ਜਿਹੜੇ ਕਿ ਅਬੰਡੈਂਸ 'ਚ ਪ੍ਰੋਡਿਊਸ ਕਰਦੇ ਨੇ, ਅਮਰੀਕਾ। ਸੋ ਨਾਓ ਉਹਨਾਂ ਨੂੰ ਤੁਸੀਂ ਕੰਪੀਟ ਜੇ ਕਰਨਾ ਤਾਂ ਤੁਹਾਨੂੰ ਲੇਬਰ ਫੋਰਸ ਜਾਂ ਜਿਹੜੀ ਹਿਊਮਨ ਰਿਸੋਰਸ ਹੈ ਉਹਦੀ ਇੱਕ ਲਿਮਿਟੇਸ਼ਨ ਹੈ ਵੀ ਤੁਸੀਂ ਉਨਾ ਹੀ ਪੇ ਕਰ ਸਕਦੇ ਹੋ। ਸੋ ਉਹ ਸੈਲਰੀ 'ਚ ਕੈਨੇਡੀਅਨ ਕੰਮ ਕਰਨ ਨੂੰ ਤਿਆਰ ਨਹੀਂ ਹੈ। ਸੋ ਉਹਨੂੰ ਇੱਕ ਆਲਟਰਨੇਟ ਦੇਣ ਦੇ ਲਈ, ਫਾਰਮਰ ਨੂੰ ਸਹੂਲਤ ਦੇਣ ਲਈ ਪ੍ਰੋਗਰਾਮ ਚਲਾਏ ਜਾਂਦੇ ਆ ਸਰਕਾਰ ਵੱਲੋਂ, ਚਾਹੇ ਉਹ SAWP ਪ੍ਰੋਗਰਾਮ ਹੋ ਗਿਆ, ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ, ਜਾਂ ਜਿਹੜਾ TFW ਹੈ, ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ, ਜਿੱਥੋਂ ਤੁਸੀਂ ਹਿੰਦੁਸਤਾਨ ਤੋਂ ਵਰਕਰਸ ਨੂੰ ਜਾਂ ਦੁਨੀਆ ਤੋਂ ਕਿਸੇ ਵੀ ਕੋਨੇ ਤੋਂ ਵਰਕਰਸ ਨੂੰ ਮੰਗਾ ਸਕਦੇ ਹੋ। ਕਈਆਂ ਲਈ ਜਿਹੜੀਆਂ ਕੰਡੀਸ਼ਨ ਨੇ ਕਾਫੀ ਸੁਖਾਵੀਆਂ ਰੱਖੀਆਂ ਹੋਈਆਂ ਨੇ, ਸੀਜ਼ਨਲ ਵਰਕਰ ਮੰਗਾਏ ਜਾ ਸਕਦੇ ਨੇ ਫਾਰਮਾਂ ਵੱਲੋਂ।
ਤੋ ਪਿਛਲੇ ਸਮੇਂ ਦੇ ਵਿੱਚ ਇਹ ਰੁਝਾਨ ਤੁਸੀਂ ਦੇਖਿਆ ਹੋਊਗਾ ਆਲਮੋਸਟ ਜਿਹੜੇ ਵੀ ਕੈਨੇਡਾ 'ਚ ਫਾਰਮਿੰਗ ਕਰਦੇ ਨੇ ਉਹਨਾਂ ਨੂੰ ਬਹੁਤ ਹੈਵੀਲੀ ਡਿਪੈਂਡ ਕਰਨਾ ਪੈਂਦਾ ਵਰਕਰਸ ਨੂੰ, ਫਾਰਮਰ ਵਰਕਰਸ ਨੂੰ ਮੰਗਾਉਣ ਦੇ ਲਈ। ਨਾਟ ਓਨਲੀ ਉਹ ਸਿਰਫ ਲੋ ਸਕਿੱਲ ਵਰਕਰ ਪਰ ਹਾਈ ਸਕਿੱਲ ਵਰਕਰਸ ਵੀ, ਜਿਹੜੇ ਸੁਪਰਵਾਈਜ਼ਰ ਪੋਜੀਸ਼ਨ ਹੋ ਗਏ, ਮੈਨੇਜਰ ਪੋਜੀਸ਼ਨ ਹੋ ਗਿਆ। ਦੂਸਰੇ ਇਹ ਜੀ ਐਗਰੀਕਲਚਰ ਫਾਰਮਸ ਨੇ ਜਾਂ ਐਗਰੀਕਲਚਰ ਸਟਰੀਮ ਦੇ ਵਿੱਚ ਬਿਜ਼ਨੈਸਿਸ ਨੇ ਜਿਹੜੇ ਕੈਨੇਡਾ 'ਚ ਜਾਂ ਤਾਂ ਉਹ ਅਗਲੀ ਜਨਰੇਸ਼ਨ ਉਹਨੂੰ ਅਡਾਪਟ ਨਹੀਂ ਕਰ ਰਹੀ, ਜਾਂ ਜਿਹੜੀ ਫਾਈਨੈਂਸ਼ੀਅਲ ਕੈਪੈਸਿਟੀ ਹੈ ਜਿਵੇਂ ਏਜ ਹੋਣ ਕਰਕੇ ਜਾਂ ਹਰੇਕ ਇੰਡੀਵਿਜੂਅਲ ਦੀ ਇੱਕ ਰਿਟਾਇਰਮੈਂਟ ਸਟੇਜ ਹੁੰਦੀ ਹੈ, ਤਾਂ ਉਹੀ ਜੀ ਸਿਚੁਏਸ਼ਨ ਆ ਗਈ ਹੈ ਵੀ ਜਿੱਥੇ ਨਵੀਂ ਜਨਰੇਸ਼ਨ ਨੂੰ ਟੇਕ ਓਵਰ ਨਹੀਂ ਕਰ ਰਹੀ, ਤਾਂ ਉਹਨਾਂ ਨੂੰ ਤੁਸੀਂ ਟੇਕ ਓਵਰ ਬਿਜ਼ਨੈਸਿਸ ਨੂੰ ਕਰਨ ਲਈ ਜਿਹੜੇ ਫੋਰਨ ਇਨਵੈਸਟਰਸ ਨੇ ਉਹ 'ਤੇ ਸਰਕਾਰ ਰਿਲਾਈ ਕਰਦੀ ਹੈ। ਓਕੇ, ਜਿਹੜੀਆਂ ਪ੍ਰੋਵਿੰਸਿਸ ਨੇ ਖਾਸ ਕਰਕੇ BC ਹੋ ਗਿਆ, ਅਲਬਰਟਾ ਹੋ ਗਿਆ, ਮੈਨੀਟੋਬਾ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰਾਊਨਸਵਿਕ, ਇਹ 'ਚ ਐਗਰੀਕਲਚਰ ਸਟਰੀਮ ਜਿਹੜੀ ਹੈ ਉਹਨੂੰ ਪ੍ਰਾਇੋਰਟਾਈਜ਼ ਕੀਤਾ ਹੋਇਆ ਹੈ ਵੀ ਤੁਸੀਂ ਚਾਹੇ ਐਗਜ਼ਿਸਟਿੰਗ ਫਾਰਮ ਨੂੰ ਟੇਕ ਓਵਰ ਕਰ ਲਓ ਤੇ ਐਜ਼ ਲੌਂਗ ਐਜ਼ ਉਹ ਤੁਸੀਂ ਸਾਬਤ ਕਰ ਦਿਓ ਵੀ ਇੱਕ ਸਸਟੇਨੇਬਲ ਬਿਜ਼ਨਸ ਹੈ ਜੀ। ਸਿਰਫ ਉਹ ਇਹ ਨਹੀਂ ਹੈਗਾ ਵੀ ਤੁਸੀਂ ਜ਼ਮੀਨ ਦਾ ਟੁਕੜਾ ਖਰੀਦ ਲਿਆ ਔਰ ਤੁਸੀਂ ਕਹਤਾ ਵੀ ਮੈਂ ਫਾਰਮ 'ਚ ਇਨਵੈਸਟ ਕਰ ਲਿਆ ਔਰ ਮੇਰੀ ਇਮੀਗ੍ਰੇਸ਼ਨ ਜਿਹੜੀ ਆ ਹੁਣ ਕਰ ਦਿਓ, ਉਹ ਐਪਲੀਕੇਸ਼ਨ ਬਿਲਕੁਲ ਅਪਰੂਵ ਨਹੀਂ ਹੁੰਦੀ। ਤੁਹਾਨੂੰ ਸਾਬਤ ਕਰਨਾ ਪੈਂਦਾ ਵੀ ਇਹ ਇੱਕ ਸਸਟੇਨੇਬਲ ਬਿਜ਼ਨਸ ਹੈ ਡਿਪੈਂਡਿੰਗ ਅਪੋਨ ਤੁਹਾਡੀ ਸਾਈਜ਼ ਆਫ ਦਾ ਫੈਮਿਲੀ ਕੀ ਹੈ। ਇਸੇ ਕਰਕੇ ਕਈ ਇੰਡੀਵਿਜੂਅਲ ਕਹਿੰਦੇ ਆ ਵੀ BC 'ਚ ਸਿਰਫ $1 ਲੱਖ ਦੇ ਕੇ ਵੀ ਅਸੀਂ ਫਾਰਮ ਲੈ ਕੇ ਇਮੀਗ੍ਰੇਸ਼ਨ ਲੈ ਸਕਦੇ ਹਾਂ। ਔਨ ਪੇਪਰ ਯੈਸ, ਇਹ ਸਰਕਾਰੀ ਜਿਹੜਾ ਅਨਾਉਂਸਮੈਂਟ ਹੈ ਉਹ ਇਹੀ ਹੈ ਵੀ 1 ਲੱਖ ਤੁਸੀਂ ਕਰਕੇ ਤੁਸੀਂ ਰੀਜਨਲ ਮਿਲਣਾ ਕੀ ਹੈ ਐਗਜ਼ੈਕਟਲੀ ਲੱਖ 'ਚ ਤੁਸੀਂ ਸਸਟੇਨੇਬਲ ਬਿਜ਼ਨਸ ਕਿੱਥੇ ਖੜਾ ਕਰ ਲਓ, ਰਾਈਟ। ਜਿਵੇਂ ਇਹ ਮੈਰਿਟ ਦਾ ਕਮਿਊਨਿਟੀ ਪਲਾਨ ਹੈ, ਮੈਰਿਟ ਜਿਹੜਾ ਸ਼ਹਿਰ ਹੈ, ਹੁਣ ਉੱਥੋਂ ਉਹਨਾਂ ਨੇ ਕਿਹਾ ਵੀ ਐਗਰੀਕਲਚਰ ਅਸੀਂ ਇੱਕ ਸਟਰੀਮ ਰੱਖੀ ਹੋਈ ਹੈ ਵੀ ਤੁਸੀਂ ਇੱਥੇ ਆ ਕੇ $1 ਲੱਖ ਦਾ ਜੇ ਪ੍ਰਾਪਰਟੀ ਖਰੀਦੋਗੇ, ਜੇ ਫਾਰਮ ਖਰੀਦੋਗੇ ਮਾਫ ਕਰਨਾ, ਤਾਂ ਅਸੀਂ ਇਮੀਗ੍ਰੇਸ਼ਨ ਜਿਹੜੀ ਹੈ ਉਹ ਦੇਵਾਂਗੇ। ਬਟ ਇਹ ਜਿਹੜੀ ਪੋਸੀਬਿਲਿਟੀ ਹੈ ਜਿਵੇਂ ਇਹਨੂੰ ਸਾਬਤ ਕਰਨਾ ਉਹ ਬਿਲਕੁਲ ਚੈਲੰਜਿੰਗ ਹੈ ਬਿਕੋਜ਼ ਉਹ ਤੁਹਾਨੂੰ ਫਾਈਨੈਂਸ਼ੀਅਲ ਆਪਣੀ ਕੈਪੈਸਿਟੀ ਵਧਾਉਣੀ ਪਊਗੀ, ਤੁਹਾਨੂੰ ਜਿਹੜੀ ਇਨਵੈਸਟਮੈਂਟ ਹੈ ਉਹ ਘੱਟੋ ਘੱਟ $500,000 ਪਲੱਸ ਲੈ ਕੇ ਆਉਣੀ ਪਊਗੀ ਜੇ ਤੁਸੀਂ ਸਾਬਤ ਕਰਨਾ ਸਸਟੇਨੇਬਲ ਬਿਜ਼ਨਸ। ਅੱਛਾ, ਕੀ ਇਹ ਜਿੰਨੇ ਪਿਛਲੇ ਸਮੇਂ ਦੇ ਵਿੱਚ ਵੀਜ਼ਾਸ ਲੱਗੇ ਨੇ ਫਾਰਮਿੰਗ 'ਚ, ਆਉਣ ਵਾਲੇ ਸਮੇਂ 'ਚ ਵੀ ਇਸੇ ਢੰਗ ਤਰੀਕੇ ਨਾਲ ਲੱਗਦੇ ਰਹਿਣਗੇ ਕਿ ਇਸ ਚੀਜ਼ ਦੇ ਉੱਤੇ ਸਟਾਪ ਲੱਗ ਸਕਦਾ ਕੋਈ? ਨਹੀਂ, ਬਿਲਕੁਲ ਬਾਈ ਜੀ, ਵੀਜ਼ਾਸ ਲੱਗਣਗੇ। ਉਹਦਾ ਰੀਜ਼ਨ ਇਹ ਹੈਗਾ ਬਿਕਾਜ਼ ਹੁਣ ਜਿਹੜੀਆਂ ਐਪਲੀਕੇਸ਼ਨਸ ਵੀ ਨੇ ਉਹ ਬੜੀਆਂ ਵੈਲ ਪ੍ਰੈਪਡ ਐਪਲੀਕੇਸ਼ਨਸ ਨੇ ਔਰ ਗੁੱਡ ਐਪਲੀਕੇਸ਼ਨਸ ਨੇ। ਯੈਸ, ਸਰਕਾਰ ਉਹਦੇ 'ਚ ਚੇਂਜਸ ਲਿਆ ਸਕਦੀ ਹੈ ਪਾਲਿਸੀ ਦੇ ਵਿੱਚ ਡਿਪੈਂਡਿੰਗ ਅਪੋਨ ਜਿਹੜੀ ਗਵਰਨਮੈਂਟ ਹੈ। ਜੇ ਉਹਨਾਂ ਨੂੰ ਲੱਗਦਾ ਵੀ ਇਸ ਪ੍ਰੋਗਰਾਮ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ ਜਾਂ ਜਿਹੜੀ ਰਿਕੁਆਇਰਮੈਂਟ ਹੈ ਉਹ ਨਹੀਂ ਐਗਜ਼ਿਸਟ ਕਰਦੀ, ਤਾਂ ਡੈਫੀਨੇਟਲੀ ਉਹਨੂੰ ਡਿਫਿਕਲਟ ਕੀਤਾ ਜਾ ਸਕਦਾ, ਕੋਈ ਰਿਸਟ੍ਰਿਕਸ਼ਨ ਲਾਈ ਜਾ ਸਕਦੀ ਹੈ। ਪਰ ਐਟ ਦਿਸ ਮੋਮੈਂਟ ਸਰਕਾਰ ਨੂੰ ਇਹ ਵੈਲ ਰਿਕਗਨਾਈਜ਼ਡ ਫੈਕਟ ਹੈ ਵੀ ਇਹਦੇ 'ਚ ਜਿਹੜੀ ਐਗਰੀਕਲਚਰ ਸਟਰੀਮ ਹੈ ਇਹਦੇ 'ਚ ਇੰਨੇ ਇੰਡੀਵਿਜੂਅਲ ਜਿਹੜੇ ਕੈਨੇਡੀਅਨਸ ਨੇ ਉਹ ਕੰਮ ਕਰਨਾ ਲਾਈਕ ਨਹੀਂ ਕਰਦੇ ਹੈਗੇ ਔਰ ਫੋਰਨ ਜਿਹੜੀ ਵਰਕ ਫੋਰਸ ਹੈ ਉਹ 'ਤੇ ਡਿਪੈਂਡ ਕਰਨਾ ਪੈਂਦਾ। ਯੈਸ, ਇਹਨੂੰ ਸੇਫਗਾਰਡ ਕਰਨ ਲਈ ਸਰਕਾਰ ਨੇ ਜਿਹੜੀ ਆਡਿਟਸ ਨੇ ਇਹਨੂੰ ਵਧਾਇਆ। ਜਿਹੜਾ ਫਾਰਮਰ ਸਪਾਂਸਰਸ਼ਿਪ ਦਿੰਦਾ ਉਹ ਇੰਨਾ ਕੋਈ ਆਸਾਨ ਪ੍ਰੋਸੈਸ ਨਹੀਂ ਹੈ ਵੀ ਤੁਸੀਂ ਸਪਾਂਸਰਸ਼ਿਪ ਦਿੱਤੀ ਤੇ ਵਰਕਰਸ ਨੂੰ ਮੰਗਾ ਲਿਆ। ਉਹ ਤੋਂ ਬਾਅਦ ਜਿਹੜੀ ਤੁਹਾਡੀ ਐਕਟੀਵਿਟੀ ਉਹਨੂੰ ਵੀ ਵਾਚ ਕੀਤਾ ਜਾਂਦਾ। ਜੇ ਤੁਸੀਂ ਆਡਿਟਸ ਨੂੰ ਫੇਲ ਕਰਦੇ ਹੋ ਤਾਂ ਤੁਹਾਨੂੰ ਕਾਫੀ ਸੀਰੀਅਸ ਆਫੈਂਸ ਵੀ ਹੋ ਸਕਦੇ ਨੇ, ਤੁਹਾਨੂੰ ਚਾਰਜ ਵੀ ਕੀਤਾ ਜਾ ਸਕਦਾ, ਤੁਹਾਨੂੰ ਬੈਨ ਵੀ ਕੀਤਾ ਜਾ ਸਕਦਾ ਇਸ ਪ੍ਰੋਗਰਾਮ ਤੋਂ। ਸੋ ਇਹ ਡਿਪੈਂਡ ਕਰਦਾ ਵੀ ਜੇ ਤੁਸੀਂ ਆਡਿਟਸ ਨੂੰ ਪਾਸ ਕਰਨਾ ਤਾਂ ਤੁਹਾਨੂੰ ਉਹਦੀਆਂ ਪ੍ਰੀ ਰਿਕੁਆਇਰਮੈਂਟਸ ਜਿਹੜੀਆਂ ਮੀਟ ਕਰਨੀਆਂ ਪੈਣਗੀਆਂ। ਅੱਛਾ, ਪਰ ਫਾਰਮਿੰਗ ਦੇ ਵਿੱਚ ਵੀਜ਼ਾਸ ਤੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਜਿੱਦਾਂ ਅਸੀਂ ਜਿਹੜੇ ਬੇਸ ਕੈਟਾਗਰੀ ਆ ਉਸ ਚੀਜ਼ ਦੀ ਲੱਗਦੇ ਨੇ, ਪਰ ਉਹਦੇ ਵਿੱਚ ਅੱਗੇ ਪੱਕੀਆਂ ਹੋਣ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ। ਕਿ ਉਹ ਵੀ ਸਟਰੀਮ ਚੇਂਜ ਕਰ ਸਕਦੀ ਗਵਰਨਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੰਨੀ ਹਾਈ ਡਿਮਾਂਡ ਹੈ ਫਾਰਮਰਸ ਦੀ, ਫਾਰਮਿੰਗ ਵਰਕਰਸ ਦੀ, ਸੌਰੀ ਜਿਹੜੇ ਫਾਰਮ ਵਰਕਰਸ ਦੀ, ਉਹਦੀ ਜਿਹੜੀ ਕੈਟਾਗਰੀ ਹੈ ਉਹ ਚੇਂਜ ਕੀਤੀ ਜਾ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ? ਜੀ ਬਿਲਕੁਲ, ਜਿਹੜੀ ਮਿਨਿਸਟਰ ਨੇ ਆਲਰੇਡੀ ਅਨਾਉਂਸ ਕਰਤਾ ਲਾਸਟ ਵੀਕ, ਜਿਹੜੀ ਐਗਰੀਕਲਚਰ ਸਟਰੀਮ ਹੈ ਵਨ ਆਫ ਦਾ ਪ੍ਰੈਫਰਡ ਸਟਰੀਮ ਰੱਖੀ ਹੈ। ਜਿਹੜੇ ਟਾਰਗੇਟਡ ਡਰਾਜ਼ ਨੇ ਤੁਹਾਨੂੰ ਹੁਣ ਦੇਖਣ ਨੂੰ ਮਿਲੂਗਾ, ਜਿਹੜੇ ਫਾਰਮ ਸੁਪਰਵਾਈਜ਼ਰ ਜਾਂ ਫਾਰਮ ਵਰਕਰ ਆਏ ਹੋਏ ਨੇ, ਚਾਹੇ ਉਹ ਕੈਨੇਡਾ 'ਚ ਨੇ ਚਾਹੇ ਕੈਨੇਡਾ ਤੋਂ ਬਾਹਰ ਨੇ, ਉਹਨਾਂ ਦੇ ਡਰਾਜ਼ ਜਿਹੜੇ ਕੱਢੇ ਜਾਣਗੇ ਘੱਟ CRS ਤੇ। ਅੱਛਾ, ਉਹ ਬਿਲਕੁਲ ਹੁਣ ਤਾਂ ਬਹੁਤ ਹੀ ਵਧੀਆ ਅਨਾਉਂਸਮੈਂਟ ਕੀਤੀ ਹੈ ਸਰਕਾਰ ਨੇ ਐਗਰੀਕਲਚਰ ਨੂੰ ਦੇਖਦੇ ਹੋਏ। ਤਾਂ ਪੰਜਾਬ ਇੱਕ ਇਹੋ ਜਿਹਾ ਮੇਜਰ ਸੂਬਾ ਜਿੱਥੇ ਫਾਰਮਰਸ ਇੱਕ ਮੇਜਰ ਕਿੱਤਾ ਹੈਗਾ, ਤਾਂ ਉੱਥੇ ਸਭ ਤੋਂ ਬੜੀ ਐਡਵਾਂਟੇਜ ਜਿਹੜੀ ਇੰਡੀਆ ਕੋਲ ਹੈ ਅੱਜ ਦੀ ਰੇਟ ਦੇ ਵਿੱਚ, ਜਿਹੜੀ ਆਪਣੀ ਫਾਰਮਰ ਕਮਿਊਨਿਟੀ ਹੈ ਪੰਜਾਬ ਦੇ ਵਿੱਚ, ਉਹ ਅੱਜ ਕੱਲ੍ਹ ਪੜ੍ਹੀ ਲਿਖੀ ਹੈ।
ਹਾਂ ਸਭ ਤੋਂ ਬੜੀ ਐਡਵਾਂਟੇਜ ਹੀ ਹੈ। ਔਰ ਇਸ ਤੋਂ ਇਲਾਵਾ ਉਹ ਕੱਲਾ ਸਿਰਫ ਇੱਕੋ ਪ੍ਰੋਬਲਮ ਆਉਂਦੀ ਸੀ ਪੁਰਾਣੇ ਸਮੇਂ ਦੇ ਵਿੱਚ, ਮਾਰਕੀਟਿੰਗ ਨੂੰ ਲੈ ਕੇ, ਜਿੱਥੇ ਕੇਸ ਫੇਲ ਹੁੰਦੇ ਸੀ। ਹੁਣ ਉਹਨਾਂ ਕੋਲ ਮਾਰਕੀਟਿੰਗ ਸਕਿੱਲਸ ਹੈ ਬਿਕੋਜ਼ ਉਹਨਾਂ ਨੂੰ ਇੰਟਰਨੈਟ ਦੀ ਨੌਲੇਜ ਹੈ। ਕਿਉਂਕਿ ਇੰਡੀਆ 'ਚ ਜਿਹੜੀ ਮਾਰਕੀਟਿੰਗ ਆ ਉਹ ਹਾਲੇ ਵੀ ਜਿਹੜੀ ਆ ਰਿਲਾਈ ਕੀਤਾ ਜਾਂਦਾ, ਜਿਹੜੇ MSPs ਹੋ ਗਈਆਂ ਜਾਂ ਸਰਕਾਰ ਬਿਜ਼ਨਸ ਕਰਦੀ ਹੈ, ਸਰਕਾਰ ਹੀ ਚੱਕਦੀ ਹੈ, ਬੇਸਿਕਲੀ ਫਸਲ ਚੱਕਦੀ ਹੈ ਤੇ ਸਰਕਾਰ ਗਾਰੰਟੀ ਕਰਦੀ ਹੈ। ਉਹ ਚੀਜ਼ਾਂ ਤੋਂ ਹੁਣ ਸਰਕਾਰ ਵੀ ਜਿਹੜੀ ਹੈਗੀ ਆ ਇੱਕ ਲਿਮਿਟੇਸ਼ਨ ਹੈ ਵੀ ਕਿੰਨਾ ਕੁ ਤੁਹਾਨੂੰ ਪ੍ਰੋਫਿਟ ਦੇ ਸਕਦੀ ਹੈ। ਇਸ ਕਰਕੇ ਜਿਹੜੇ ਇੰਟਰਨੈਟ ਦੇ ਸੈਵੀ ਹੋਣ ਕਰਕੇ, ਆਪਣੀ ਕਮਿਊਨਿਟੀ ਪੜ੍ਹੀ ਹੋਣ ਕਰਕੇ, ਹੁਣ ਜਿਹੜੀ ਨੈਕਸਟ ਜਨਰੇਸ਼ਨ ਹੈ ਜੇ ਉਹ ਇਹੋ ਜਿਹੇ ਮੁਲਕ 'ਚ ਆ ਕੇ ਇਨਵੈਸਟ ਕਰਦੀ ਹੈ, ਇੱਥੇ ਵੀ ਵੈਲ ਐਸਟੈਬਲਿਸ਼ਡ ਮਾਰਕੀਟਿੰਗ ਪ੍ਰੋਗਰਾਮਸ ਹੈਗੇ ਆਲਰੇਡੀ ਐਸਟੈਬਲਿਸ਼ਡ ਨੇ, ਜਿਵੇਂ ਜਿਹੜੇ ਪੁਰਾਣੇ ਜਨਰੇਸ਼ਨ ਤੋਂ ਚੱਲ ਰਹੇ ਨੇ। ਚਾਹੇ ਤੁਸੀਂ ਗ੍ਰੀਨ ਹਾਊਸ ਲਾ ਲਓ, ਚਾਹੇ ਤੁਸੀਂ ਮਸ਼ਰੂਮ ਦਾ ਲਾ ਲਓ, ਤੁਸੀਂ ਬਲੂਬੇਰੀ ਦਾ ਲਾ ਲਓ, ਉਹ ਵੈਲ ਐਸਟੈਬਲਿਸ਼ ਮਾਰਕੀਟਸ ਡਿਵੈਲਪ ਹੋ ਚੁੱਕੀਆਂ ਨੇ। ਤਾਂ ਇਹੀ ਜੇ ਕਿਤੇ ਜਾ ਕੇ ਇਨਵੈਸਟ ਕੀਤਾ ਜਾਂਦਾ ਹੈ, ਐਗਰੀਕਲਚਰ ਨੂੰ ਸੇਫ ਇਸ ਲਈ ਮੰਨਿਆ ਜਾਂਦਾ ਬਿਕੋਜ਼ ਤੁਸੀਂ ਲੈਂਡ ਹੋਲਡ ਕਰਦੇ ਹੋ, ਤਾਂ ਤੁਹਾਡਾ ਪੈਸਾ ਜਿਹੜਾ ਹੈਗਾ ਉਹ ਅਜਾਈ ਨਹੀਂ ਜਾਂਦਾ ਹੈਗਾ। ਜੇ ਤੁਸੀਂ ਕਿਸੇ ਕਿਸਮ ਦਾ ਤੁਹਾਡਾ ਬਿਜ਼ਨਸ ਨਹੀਂ ਚੱਲਿਆ, ਜਾਂ ਤੁਹਾਡਾ ਇੰਟਰਸਟ ਖਤਮ ਹੋ ਗਿਆ, ਜਾਂ ਤੁਹਾਨੂੰ ਕੋਈ ਚੈਲੰਜ ਆ ਰਿਹਾ ਹੈ, ਤਾਂ ਤੁਸੀਂ ਉਹਨੂੰ ਦੁਬਾਰਾ ਜਿਹੜਾ ਹੈਗਾ ਵੇਚ ਸਕਦੇ ਹੋ। ਅਨਲਾਈਕ ਜੇ ਕੋਈ ਤੁਸੀਂ ਇਹੋ ਜਿਹੇ ਬਿਜ਼ਨਸ 'ਚ ਇਨਵੈਸਟਮੈਂਟ ਕਰਤੀ ਜਿਹੜੀ ਕੋਈ ਟੈਂਜੀਬਲ ਐਕਸਚੇਂਜ ਨਹੀਂ ਹੈਗਾ, ਜਿੱਥੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਬੈਕ ਕਰਨ ਨੂੰ ਆਪਣੀ ਇਨਵੈਸਟਮੈਂਟ, ਤਾਂ ਬਿਲਕੁਲ ਉੱਥੇ ਰਿਸਕ ਬੜੇ ਹੋ ਜਾਂਦੇ ਨੇ। ਅੱਛਾ, ਇੱਕ ਜਿਹੜੀ ਤੁਸੀਂ ਪਹਿਲਾਂ ਵੀ ਥੋੜੀ ਗੱਲ ਕੀਤੀ ਸੀ, ਉਹਨੂੰ ਥੋੜਾ ਜਿਹਾ ਹੋਰ ਖੋਲਦੇ ਹਾਂ ਵੀ ਇੱਥੇ ਆ ਕੇ ਆਪਣਾ ਖੁਦ ਦਾ ਫਾਰਮ ਬਾਏ ਕਰਨਾ, ਖੇਤੀ ਲਾਇਕ ਜਿਹੜੀ ਜ਼ਮੀਨ ਬਾਏ ਕਰਨੀ, ਉਹ ਕਿਸ ਢੰਗ ਤਰੀਕੇ ਨਾਲ ਆਇਆ ਜਾ ਸਕਦਾ, ਉਹਦੇ ਵਿੱਚ ਪੱਕਿਆਂ ਵੀ ਹੋਇਆ ਜਾ ਸਕਦਾ, ਉਹਦੇ ਬਾਰੇ ਸਾਨੂੰ ਥੋੜੀ ਜਿਹੀ ਨੌਲੇਜ ਦਿਓ। ਜਿਹੜੇ ਪੱਕੇ ਤੌਰ ਤੇ ਸੋਚਦੇ ਨੇ ਕਿ ਬਈ ਅਸੀਂ ਇੱਥੇ ਆ ਕੇ ਜ਼ਮੀਨ ਖਰੀਦ ਕੇ ਆਪ ਖੇਤੀ ਕਰੀਏ, ਉਹਦੀਆਂ ਕੀ ਕੰਡੀਸ਼ਨਸ ਨੇ, ਕੀ ਰਿਕੁਆਇਰਮੈਂਟਸ ਨੇ, ਤੇ ਫਿਰ ਉਹਦੇ ਵਿੱਚ ਪੱਕਿਆਂ ਕਿੱਦਾਂ ਹੋਊਗਾ ਬੰਦਾ? ਬਿਲਕੁਲ, ਇਹਦੇ 'ਚ ਜਿਹੜੇ ਮੋਸਟਲੀ ਜਿਹੜਾ ਡੋਮੀਨੈਂਟ ਪ੍ਰੋਗਰਾਮ ਹੈ ਉਹ ਹੈਗਾ ਪ੍ਰੋਵਿੰਸ਼ੀਅਲ ਪ੍ਰੋਗਰਾਮ। ਅੱਛਾ, ਪ੍ਰੋਵਿੰਸਿਸ ਦੇ ਵਿੱਚ ਤੁਸੀਂ ਸਿਲੈਕਟ ਕਰਨਾ ਵੀ ਕਿਹੜੀ ਪ੍ਰੋਵਿੰਸ 'ਚ ਤੁਸੀਂ ਜਾ ਕੇ ਬਿਜ਼ਨਸ ਕਰਨਾ ਚਾਹੁੰਦੇ ਹੋ, ਕਿਹੜੇ ਸੂਬੇ 'ਚ ਜਾਣਾ। ਜੀ ਬਿਲਕੁਲ, ਜਿਵੇਂ BC ਨੇ ਇਨਐਲੀਜੀਬਲ ਬਿਜ਼ਨਸਿਸ ਦੀ ਇੱਕ ਲਿਸਟ ਰੱਖੀ ਹੋਈ ਹੈ ਵੀ ਇਸ ਤਰ੍ਹਾਂ ਦੇ ਬਿਜ਼ਨਸ ਜੇ ਤੁਸੀਂ ਇਨਵੈਸਟ ਕਰੋਗੇ ਤਾਂ ਸਾਡੇ ਕੋਲ ਐਪਲੀਕੇਸ਼ਨ ਨਾ ਭੇਜਿਓ। ਬਟ ਐਗਰੀਕਲਚਰ ਉਹ ਲਿਸਟ ਦਾ ਪਾਰਟ ਨਹੀਂ ਹੈ। ਐਗਰੀਕਲਚਰ ਇੱਕ ਪ੍ਰੈਫਰਡ ਉਹ ਹੈ ਜਿਹੜਾ ਕਿੱਤਾ ਹੈਗਾ ਜਿਹਦੇ ਤੁਸੀਂ ਇਨਵੈਸਟ ਕਰ ਸਕਦੇ ਹੋ। ਇਸੇ ਤਰ੍ਹਾਂ ਜਿਹੜੀਆਂ ਕੈਨੇਡਾ 'ਚ ਕਈ ਜਿਹੜੀਆਂ ਪ੍ਰੋਵਿੰਸਿਸ ਨੇ, ਜਿਵੇਂ ਮੈਂ ਜ਼ਿਕਰ ਕੀਤਾ ਸੀ, ਮੈਨੀਟੋਬਾ ਹੋ ਗਿਆ, ਇਸੇ ਤਰ੍ਹਾਂ ਅਲਬਰਟਾ ਹੋ ਗਿਆ, ਇਸੇ ਤਰ੍ਹਾਂ ਤੁਸੀਂ ਓਨਟੇਰੀਓ ਦੇ ਅਰਾਊਂਡ ਜਿਹੜਾ ਈਸਟਰਨ ਸਾਈਡ ਹੈ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰਾਊਨਸਵਿਕ ਹੈ, ਜਿੱਥੇ ਜ਼ਮੀਨ ਵੀ ਬਹੁਤ ਸਸਤੀ ਹੈ, ਉਹ ਜਗ੍ਹਾ ਤੇ ਜਾ ਕੇ ਤੁਸੀਂ ਜੇ ਇਨਵੈਸਟਮੈਂਟ ਕਰਦੇ ਹੋ ਤਾਂ ਆਪਣਾ ਬਿਜ਼ਨਸ ਇਸਟੈਬਲਿਸ਼ ਕਰਦੇ ਹੋ ਜਾਂ ਟੇਕ ਓਵਰ ਕਰਦੇ ਹੋ ਕੋਈ ਐਗਜ਼ਿਸਟਿੰਗ ਬਿਜ਼ਨਸ, ਤਾਂ ਬਿਲਕੁਲ ਤੁਹਾਨੂੰ ਐਪਲੀਕੇਸ਼ਨ ਕਰਨ ਤੋਂ ਬਾਅਦ ਜਿਹੜੇ ਰਿਜ਼ਲਟਸ ਨੇ ਉਹ ਕਾਫੀ ਵਧੀਆ ਮਿਲਦੇ ਨੇ, ਕੋਈ ਦਿੱਕਤ ਨਹੀਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਕਿਉਂਕਿ ਜਿਹੜੇ ਫਾਰਮਰਸ ਨੇ ਉਹ ਪੜ੍ਹੇ ਲਿਖੇ ਨੇ, ਸੋ ਉਹ ਵੈਲ ਇਕੁਇਪਡ ਨੇ, ਇੰਟਰਨੈਟ ਸੈਵੀ ਨੇ। ਤਾਂ ਅੱਜ ਕੱਲ੍ਹ ਤਾਂ ਬਹੁਤ ਹੀ ਸੌਖਾ ਹੈ ਜੇ ਤੁਸੀਂ ਕਿਸੇ ਫਾਰਮਰ ਨੇ ਕੈਨੇਡਾ ਕੇ ਜ਼ਮੀਨ ਖਰੀਦਣੀ, ਉਹ ਤੋਂ ਬਾਅਦ ਇਮੀਗ੍ਰੇਸ਼ਨ ਲੈਣੀ। ਓਵਰਆਲ ਉਹਦੇ ਲਈ ਕੁਛ ਜਿੱਦਾਂ ਰਿਕੁਆਇਰਮੈਂਟ ਨੇ ਕਿ ਤੁਹਾਡੇ ਕੋਲ ਪਿੱਛੇ ਇੰਨਾ ਐਸੈਟ ਹੋਣਾ ਚਾਹੀਦਾ, ਉਹਦੇ ਵਿੱਚ ਮਿਨੀਮਮ ਇੰਨੇ ਦੀ ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਇੰਨੇ ਤੁਹਾਡੇ ਬੈਂਡਸ ਹੋਣੇ ਚਾਹੀਦੇ ਆ, ਫਿਰ ਪਰਿਵਾਰ ਨਾਲ ਆ ਸਕਦਾ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਜੀ, ਜਿਹੜੀ ਮਿਨੀਮਮ ਜਿਹੜੀ ਪ੍ਰੀ ਰਿਕੁਇਜ਼ਿਟ ਹੈ ਉਹ ਡਿਪੈਂਡ ਕਰਦਾ, ਜਿਵੇਂ ਇਹ ਜੇ 7 ਤੋਂ 8 ਪ੍ਰੋਗਰਾਮ ਨੇ। ਮੈਂ ਇਹ ਜ਼ਿਕਰ ਕਰੂੰਗਾ ਸਭ ਤੋਂ ਦੇਖੋ ਜਿਹੜੀ ਮਿਨੀਮਮ ਇਨਵੈਸਟਮੈਂਟ ਰੱਖੀ ਹੋਈ ਹੈ ਤਾਂ ਸਿਰਫ $100,000 ਹੈ, $1 ਲੱਖ ਦੀ, $1 ਲੱਖ ਹੈ, ਔਰ ਉਹ ਵੀ BC ਵਰਗੇ ਸੂਬੇ ਨੇ ਰੱਖੀ ਹੋਈ ਹੈ। ਬਟ ਕੀ ਇਹ ਇਨਫ ਹੈ ਸਸਟੇਨੇਬਲ ਬਿਜ਼ਨਸ ਲਈ? ਬਿਲਕੁਲ ਨਹੀਂ। ਸੋ ਮੈਂ ਇਹ ਚਾਹੂੰਗਾ, ਸਭ ਤੋਂ ਸੌਖਾ ਤਰੀਕਾ ਹੁੰਦਾ ਵੀ, ਕਿਉਂਕਿ ਹਰੇਕ ਪ੍ਰੋਗਰਾਮ ਦੇ ਆਪਣੇ ਪ੍ਰੀ ਰਿਕੁਇਜ਼ਿਟ ਨੇ, ਸੋ ਅਸੀਂ ਫ੍ਰੀ ਆਫ ਕਾਸਟ ਅਸੈਸਮੈਂਟ ਕਰਦੇ ਹਾਂ। ਜੇ ਤੁਸੀਂ ਫਾਰਮਿੰਗ ਕਰਦੇ ਹੋ, ਚਾਹੇ ਤੁਸੀਂ ਕੈਨੇਡਾ ਆਏ ਹੋ, ਚਾਹੇ ਕੈਨੇਡਾ ਤੋਂ ਬਾਹਰ ਹੋ, ਤੇ ਤੁਸੀਂ ਇਹਦੇ 'ਚ ਸੇਫ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਆਪਣੇ ਨਾਮ ਤੇ ਜ਼ਮੀਨ ਖਰੀਦਣਾ ਚਾਹੁੰਦੇ ਹੋ, ਫਿਰ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਹੋ, ਤਾਂ ਉਹ ਪੈਥਵੇ ਦੀ ਜਾਣਕਾਰੀ ਤੁਸੀਂ ਫ੍ਰੀ ਆਫ ਕਾਸਟ ਲੈ ਸਕਦੇ ਹੋ। ਬਟ ਕਿਉਂਕਿ ਜਿਹੜੀ ਅਸੈਸਮੈਂਟ ਹੈ ਕਰਨ ਲਈ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਵੀ ਤੁਹਾਡੀ ਨੈਟਵਰਥ ਕੀ ਹੈ, ਕੀ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਨਹੀਂ। ਨਾ ਉਹ ਜਿਹੜੀ ਮਿਨੀਮਮ ਨੈਟਵਰਥ ਹੈ ਉਹ ਤਕਰੀਬਨ $3 ਲੱਖ ਦੇ ਇਕੁਇਵਲੈਂਟ ਹੋਣੀ ਚਾਹੀਦੀ ਹੈ। ਔਰ ਖਾਸ ਕਰਕੇ ਪੰਜਾਬ 'ਚ ਲੋਕ ਐਸੈਟ ਰਿਚ ਹੈਗੇ ਆ, ਉਹਨਾਂ ਦੀ ਇੰਨੀ ਕੁ ਵੈਲਿਊਜ਼ ਹੈਗੀਆਂ, ਜਿਵੇਂ $3 ਲੱਖ ਤਕਰੀਬਨ 1 ਕਰੋੜ ਅੱਜ ਦੇ ਹਿਸਾਬ ਨਾਲ 80-85 ਲੱਖ ਰੁਪਇਆ ਬਣਦਾ। ਸੋ ਮਤਲਬ ਜੇ ਤੁਹਾਡੇ ਕੋਲ ਇਹਨੇ ਦੇ ਐਸੈਟਸ, ਜ਼ਮੀਨ ਜਾਇਦਾਦ, ਘਰ, ਕੋਈ ਪਲਾਟ, ਕੁਛ ਵੀ ਹੈਗਾ, ਕੁੱਲ ਮਿਲਾ ਕੇ ਇੰਨਾ ਐਸੈਟ ਤੁਹਾਡਾ ਹੋਣਾ ਚਾਹੀਦਾ। ਬਿਲਕੁਲ, ਘਰ ਦੀ ਵੈਲਿਊ, ਤੁਹਾਡੇ ਜ਼ਮੀਨ ਦੀ ਵੈਲਿਊ, ਜੇ ਤੁਸੀਂ ਹੋਲਡ ਕਰਦੇ ਹੋ ਤਾਂ ਬਿਲਕੁਲ ਤੁਸੀਂ ਐਪਲੀਕੇਸ਼ਨ 'ਚ ਪਾਰਟਿਸਿਪੇਟ ਕਰ ਸਕਦੇ ਹੋ। ਇਹ ਮੈਂ ਗੱਲ ਕਰ ਰਿਹਾ ਜਿਹੜੀ ਇੰਡੀਪੈਂਡੈਂਟ ਕੈਟਾਗਰੀ, ਇਹਦੇ ਵਿੱਚ ਆਇਲਟਸ ਵੀ ਚਾਹੀਦੀ ਹੁੰਦੀ ਆ। ਬਿਲਕੁਲ, ਜਿਹੜੇ ਇਹਦੇ 'ਚ ਕਈ ਪ੍ਰੋਵਿੰਸਿਸ ਨੇ ਜਿਨ੍ਹਾਂ ਆਇਲਟਸ ਬੜਾ ਬੇਸਿਕ ਸਕੋਰ ਰੱਖਿਆ ਹੋਇਆ। ਆਫ ਕੋਰਸ ਤੁਸੀਂ ਬਿਜ਼ਨਸ ਕਰਨਾ ਤਾਂ ਅਸੀਂ ਪ੍ਰੈਫਰ ਕਰਦੇ ਆ ਵੀ ਜਿਹੜਾ ਕੈਂਡੀਡੇਟ ਆ ਵਿਦ ਆਇਲਟਸ ਹੋਵੇ। ਨਾ ਤੁਸੀਂ ਜੇ ਸੁਣ ਕੇ ਹੈਰਾਨ ਹੋਵੋਗੇ, ਕਈ ਪ੍ਰੋਵਿੰਸਿਸ ਨੇ ਤਾਂ ਇੱਥੋਂ ਤੱਕ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ
ਉਹ ਵੀ ਚੱਕੀ ਉਹ ਹੋਈ ਹੈ। ਬਹੁਤ ਫਲੈਕਸੀਬਲ ਕੀਤੀ ਹੋਈ ਹੈ ਐਗਰੀਕਲਚਰ ਅੱਛਾ। ਸਟਰੀਮ ਦੇ ਵਿੱਚ। ਜਿਵੇਂ? ਦੇਖੋ ਜਿਵੇਂ ਤੁਸੀਂ ਕਿਸੇ ਨੂੰ ਐਜ਼ ਅ ਵਰਕਰ ਮੰਗਾਉਣਾ ਹੈ ਜਾਂ ਸੁਪਰਵਾਈਜ਼ਰ ਤੱਕ ਮੰਗਾਉਣਾ ਹੈ, ਜਿਹੜਾ ਕੈਨੇਡਾ 'ਚ EMPLOYER ਹੈ ਸਿਰਫ ਇੱਕ ਐਗਰੀਕਲਚਰ ਸਟਰੀਮ ਹੈ ਜੀ 'ਚ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਵੀ ਲੋੜ ਨਹੀਂ ਤੁਸੀਂ ਹੈਗੀ। ਆਪਣੀ ਲੈਂਗੁਏਜ ਚੂਜ਼ ਕਰ ਸਕਦੇ ਹੋ, ਅੱਛਾ। ਪੰਜਾਬੀ ਜਾਂ ਕੋਈ ਵੀ ਲੈਂਗੁਏਜ ਹਟਾ ਸਕਦੇ ਹੋ, ਵੀ ਸਾਨੂੰ ਇੰਗਲਿਸ਼ ਜਾਂ ਫ੍ਰੈਂਚ ਤੋਂ ਇਲਾਵਾ ਵੀ ਇਹ ਮੈਂਡੇਟਰੀ ਨਹੀਂ ਹੈ। Okay। ਤੇ ਤੁਸੀਂ ਪੰਜਾਬੀ ਸਪੀਕਿੰਗ ਵਰਕਰ, ਤੁਸੀਂ ਕੋਈ ਵੀ ਲੈਂਗੁਏਜ ਵਾਲਾ ਸਪੀਕਿੰਗ ਵਰਕਰ ਚਾਹੁੰਦੇ ਹੋ, ਸੌਖਾ ਕਹਿ ਲਈਏ ਤੇ ਬਿਨਾਂ ਆਇਲਸ ਤੋਂ ਵੀ ਆ ਸਕਦੇ ਹੋ। ਬਿਲਕੁਲ ਬਿਨਾਂ ਆਇਲਟਸ ਤੋਂ ਤੁਸੀਂ ਬਹੁਤ ਸੌਖਾ ਆ ਸਕਦੇ ਆ ਹੋ, ਸਕਦੇ ਹੋ। ਬਿਕੋਜ਼ ਇਹ ਸਟਰੀਮ 'ਚ ਤੁਸੀਂ ਸਾਬਤ ਕਰਨਾ ਵੀ ਤੁਸੀਂ ਜੇ ਬਿਜ਼ਨਸ ਕਲਾਸ ਚਾਹਣਾ ਆਫ ਕੋਰਸ ਤੁਹਾਨੂੰ ਫਿਰ ਜ਼ਰੂਰਤ English ਦੀ ਪਏਗੀ, ਜ਼ਰੂਰਤ ਪਰ ਐਜ਼ ਪਏਗੀ। ਵਰਕਰ ਜਾਣਾ, ਜੇ ਵਰਕਰ ਆਉਣਾ ਬਿਲਕੁਲ ਕੋਈ ਰਿਕੁਆਇਰਮੈਂਟ ਨਹੀਂ ਇੰਗਲਿਸ਼। ਇਹ ਕਾਫੀ ਡੀਪ ਸਬਜੈਕਟ, ਆਪਾਂ ਫਿਰ ਕਿਸੇ ਦਿਨ ਡਿਟੇਲ ਜਾਣਕਾਰੀ ਕਰਾਂਗੇ। ਬਾਕੀ ਜਿਹੜੀ ਗੱਲ ਤੁਹਾਡੀ ਮੇਨ ਗੱਲ ਦਾ ਸਾਰੰਸ਼ ਇਹੀ ਹੈ ਕਿ ਭਾਈ ਤੁਹਾਡਾ ਹਰ ਇੱਕ ਦਾ ਕੇਸ ਵੱਖਰਾ, ਤੁਹਾਡੀ ਉਸ ਚੀਜ਼ ਨੂੰ ਸਾਰੇ ਨੂੰ ਪਹਿਲਾਂ ਦੇਖਣਾ, ਚਾਖਣਾ, ਤੁਹਾਡੀ ਪ੍ਰਾਪਰਟੀ ਜਾਂ ਉਹਦੀ ਵੈਲੂਏਸ਼ਨ ਜਾਂ ਕੀ ਕੀਮਤ ਬਣਦੀ ਹੈ ਐਸੈਟਸ ਨੂੰ ਦੇਖਣਾ, ਉਹਦੇ ਬਾਰੇ 1-on-1 ਹੀ ਬਹਿ ਕੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ। ਇੱਥੇ ਓਵਰਆਲ ਮੋਟੀ ਜਿਹੀ ਜਾਣਕਾਰੀ ਪ੍ਰੋਗਰਾਮ 'ਚ ਦਿੱਤੀ ਜਾ ਸਕਦੀ ਹੈ। ਖੈਰ ਸਾਹਿਬ, ਅੱਜ ਤੁਹਾਡਾ ਧੰਨਵਾਦ, ਸਮਾਂ ਪੂਰਾ ਹੋ ਗਿਆ, ਉੱਤੇ ਹੀ ਹੋ ਚੁੱਕਿਆ। ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ, ਮੈਨੂੰ ਜੋਗਰਾਜ ਸਿੰਘ ਕਾਲੂ ਦੇ ਆ ਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।